खुदा, कफारा मेरा तू ही है, सहारा मेरा तू ही है, कफारा मेरा तू ही है, सहारा मेरा तू ही है। मैं तेरी राहों पर चलता रहूं मेरे खुदा, मैं तेरी राहों पर चलता रहूं मेरे खुदा, मेरे खुदा, मेरे खुदा, मेरे खुदा, मेरे
पर चलता रहो मेरे खुदा मैं तेरी राहों पर चलता रहो मेरे खुदा ਹਾਲੇਲੂਇਆ ਪ੍ਰਭੂ ਦਾ ਧੰਨਵਾਦ ਹੋਵੇ ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਜੋ ਖੁਦਾ ਨੇ ਸਾਨੂੰ ਦਿੱਤਾ ਕਿ ਅਸੀਂ ਸਾਰੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਏ ਹਾਂ ਬੜੇ ਖੁਸ਼ੀ ਔਰ ਆਨੰਦ ਦੇ ਨਾਲ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠਣਾ ਆਈਏ ਅਸੀਂ ਪਵਿੱਤਰ ਕਲਾਮ ਨੂੰ ਪੜ੍ਹਾਂਗੇ ਮਰਕੁਸ ਦੀ ਇੰਜੀਲ 10 ਬਾਬ 17 ਤੋਂ ਲੈ ਕੇ 22 ਆਇਤ ਤੱਕ ਅਸੀਂ ਪੜ੍ਹਾਂਗੇ ਦੀ ਗੋਸਪਲ ਅਕੋਰਡਿੰਗ ਟੂ ਮਾਰਕ ਚੈਪਟਰ 10 from verse 17 to 22 Mark chapter 10 from verse 17 to 22 मरकुस दी अंजील 10 अध्याय 17 आयत से लेकर 22वें पद तक पढ़ेंगे। ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ ਇੱਕ ਜਣਾ ਉਹਦੇ ਕੋਲ ਦੌੜਿਆ ਆਇਆ ਅਤੇ ਉਹਦੇ ਅੱਗੇ ਗੋਡੇ ਨਵਾ ਕੇ ਉਹਨੂੰ ਪੁੱਛਿਆ ਸਤਿਗੁਰੂ ਜੀ ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ। ਯਿਸੂ ਨੇ ਉਹਨੂੰ ਆਖਿਆ ਤੂੰ ਮੈਨੂੰ ਸੱਤ ਕਿਉਂ ਕਹਿੰਦਾ ਹੈ ਸੱਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ਰ ਹੈ। ਤੂੰ ਹੁਕਮਾਂ ਨੂੰ ਜਾਣਦਾ ਹੈ ਖੂਨ ਨਾ ਕਰ ਜਨਾਹ ਨਾ ਕਰ ਚੋਰੀ ਨਾ ਕਰ ਝੂਠੀ ਗਵਾਹੀ ਨਾ ਦੇ ਠੱਗੀ ਨਾ ਕਰ ਆਪਣੇ ਮਾਂ-ਪਿਓ ਦਾ ਆਦਰ ਕਰ। ਉਸਨੇ ਉਹਨੂੰ ਕਿਹਾ ਗੁਰੂ ਜੀ ਮੈਂ ਆਪਣੇ ਬਾਲਕਪੁਣੇ ਤੋਂ ਉਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ ਅਤੇ ਉਹਨੂੰ ਆਖਿਆ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਪਿੱਛੇ ਹੋ ਤੁਰ। ਪਰ ਉਹ ਉਸ ਵੇਲੇ ਇਸ ਗੱਲੋਂ ਭੈੜਾ ਪਿਆ ਅਤੇ ਉਦਾਸ ਹੋ ਕੇ ਚਲਿਆ ਗਿਆ ਕਿਉਂ ਜੋ ਵੱਡਾ ਮਾਲਦਾਰ ਸੀ। ਆਮੀਨ ਹਾਲੇਲੂਇਆ ਹਾਲੇਲੂਇਆ ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣ ਔਰ ਸੁਣੇ ਜਾਣ ਤੇ ਤੁਹਾਨੂੰ ਆਸ਼ੀਸ਼ ਮਿਲੇ। ਅਸੀਂ ਮਰਕੁਸ ਦੀ ਇੰਜੀਲ 10 ਬਾਬ 17 ਤੋਂ 22 ਆਇਤ ਵਿੱਚ ਇੱਕ ਜਵਾਨ ਲੜਕੇ ਦੀ ਕਹਾਣੀ ਨੂੰ ਅਸੀਂ ਪੜ੍ਹਿਆ। ਇੱਕ ਜਵਾਨ ਬੇਟਾ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆ ਔਰ ਦੌੜਦਾ ਹੋਇਆ ਆਇਆ ਔਰ ਆ ਕੇ ਉਸਨੇ ਯਿਸੂ ਮਸੀਹ ਦੇ ਅੱਗੇ ਘੁਟਨਿਆਂ ਨੂੰ ਟੇਕਿਆ। ਉਸਦਾ ਪੋਜੀਸ਼ਨ ਸਹੀ ਸੀ ਗੁਰੂ ਦੇ ਅੱਗੇ ਸਹੀ ਪੋਜੀਸ਼ਨ ਦੇ ਨਾਲ ਘੁਟਨਿਆਂ ਨੂੰ ਟੇਕ ਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਸਹੀ ਸਵਾਲ ਉਸਨੇ ਪੁੱਛੇ। ਸਹੀ ਸਵਾਲ ਨੂੰ ਉਸਨੇ ਪੁੱਛਿਆ ਔਰ ਸਹੀ ਉੱਤਰ ਵੀ ਉਸ ਨੂੰ ਮਿਲਿਆ। ਜਵਾਨ ਬੇਟੇ ਨੇ ਆ ਕੇ ਪੁੱਛਿਆ ਹੇ ਉੱਤਮ ਗੁਰੂ ਸਦਾ ਦਾ ਜੀਵਨ ਦਾ ਅਧਿਕਾਰੀ ਹੋਣ ਦੇ ਲਈ ਮੈਂ ਕੀ ਕਰਾਂ। ਇੱਕ ਜਵਾਨ ਕੋਲੋਂ ਇਸ ਸਦਾ ਦੇ ਜੀਵਨ ਦਾ ਸਵਾਲ ਪੁੱਛਣਾ ਬੜਾ ਅਨਹੋਣਾ ਹੈ। ਉਹਦੇ ਲਈ ਇਹ ਸਵਾਲ ਦੂਸਰਿਆਂ ਦੇ ਸਾਹਮਣੇ ਇਹ ਸਵਾਲ ਬੜਾ ਅਜੀਬ ਹੈ ਕਿਉਂਕਿ ਕੋਈ ਵੀ ਆਪਣੇ ਜਵਾਨੀ ਦੀ ਉਮਰ ਦੇ ਵਿੱਚ ਇਹ ਸਵਾਲ ਨਹੀਂ ਪੁੱਛਦਾ ਕਿ ਮੈਂ ਸਦਾ ਦਾ ਜੀਵਨ ਪਾਉਣ ਦੇ ਲਈ ਮੈਂ ਕੀ ਕਰਾਂ। ਉਹ ਆਪਣੇ ਕਰੀਅਰ ਦੇ ਬਾਰੇ ਪੁੱਛੇਗਾ ਉਹ ਆਪਣੇ ਲਾਈਫ ਪਾਰਟਨਰ ਦੇ ਬਾਰੇ ਪੁੱਛੇਗਾ ਉਹ ਮੌਜੂਦਾ ਜੀਵਨ ਦੇ ਹਾਲਾਤ ਦੇ ਬਾਰੇ ਪੁੱਛੇਗਾ ਲੇਕਿਨ ਸਦਾ ਦੇ ਜੀਵਨ ਦੇ ਬਾਰੇ ਉਹ ਨਹੀਂ ਪੁੱਛੇਗਾ। ਲੇਕਿਨ ਇਸ ਬੇਟੇ ਨੇ ਇੱਕ ਸਹੀ ਸਵਾਲ ਪੁੱਛਿਆ ਸਦਾ ਦੇ ਜੀਵਨ ਨੂੰ ਪਾਉਣ ਦੇ ਲਈ ਮੈਂ ਕੀ ਕਰਾਂ। He asked the right question. यीशु मसीह ने उसਨੂੰ ਕਿਹਾ ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈ। ਉੱਤਮ ਤਾਂ ਇੱਕ ਹੀ ਅਰਥਾਤ ਪਰਮੇਸ਼ਵਰ ਤੂੰ ਹੁਕਮਾਂ ਨੂੰ ਤੂੰ ਜਾਣਦਾ ਹੈ। ਯੀਸ਼ੂ ਮਸੀਹ ਨੇ 10 ਹੁਕਮ ਦੇ ਬਾਰੇ ਜਦੋਂ ਉਸਨੂੰ ਦੱਸਿਆ ਉਹ ਕਹਿੰਦਾ ਕਿ ਇਹ ਤਾਂ ਮੈਂ ਛੋਟੀ ਉਮਰ ਤੋਂ ਹੀ ਮੈਂ ਕਰਦਾ ਆ ਰਿਹਾ ਬਾਲਕਪੁਣੇ ਤੋਂ ਮੈਂ ਸਾਰੇ ਹੁਕਮਾਂ ਨੂੰ ਕੀ ਕਰਦਾ ਮੰਨਦਾ ਆ ਰਿਹਾ। ਉਹਨੇ ਸੋਚਿਆ ਸ਼ਾਇਦ ਮੇਰੇ ਅੰਦਰ ਕੋਈ ਕਮੀ ਨਹੀਂ ਹੈ ਮੇਰੇ ਅੰਦਰ ਕੋਈ ਕਮੀ ਨਹੀਂ ਹੈ। ਪਿਆਰੇ ਰੱਬ ਦੇ ਲੋਕੋ ਜੇਕਰ ਅੱਜ ਦੇ ਤੁਸੀਂ ਸਟੈਟਿਸਟਿਕਸ ਨੂੰ ਦੇਖੋ ਤਾਂ ਕਿਹਾ ਜਾਂਦਾ ਹੈ ਕਿ ਜਦ ਇੱਕ ਬੇਟਾ ਜਾਂ ਬੇਟੀ 16 ਸਾਲ ਦੀ ਉਮਰ ਦੇ ਵਿੱਚ ਆ ਜਾਂਦੇ ਹਨ ਤੇ then they try to find the place of security ਉਹ ਆਪਣੇ ਆਪ ਨੂੰ ਸਮਾਜ ਵਿੱਚ ਸੰਸਾਰ ਵਿੱਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੇ ਹਨ। 16 ਤੋਂ ਲੈ ਕੇ 23 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਕਿਹਾ ਜਾਂਦਾ ਹੈ ਸਭ ਤੋਂ ਵੱਧ ਲੋਕ ਇਹ ਜਵਾਨ ਬੱਚੇ ਡਿਪਰੈਸ਼ਨ 'ਚ ਜਾਂਦੇ ਹਨ। ਸਭ ਤੋਂ ਜ਼ਿਆਦਾ ਡਿਪਰੈਸਡ ਜੇ ਦੁਨੀਆ ਦੇ ਵਿੱਚ ਲੋਕ ਹੋਏ ਹਨ ਤਾਂ ਉਹ 16 ਸਾਲ ਤੋਂ ਲੈ ਕੇ 23 ਸਾਲ ਦੀ ਉਮਰ ਦੇ ਹੋਏ ਹਨ। ਕਿਉਂ? ਕਿਉਂਕਿ ਉਹਨਾਂ ਨੇ ਉਸ ਉਮਰ ਦੇ ਵਿੱਚ
ਆਪਣੇ ਜਗ੍ਹਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਇਸ ਸੰਸਾਰ ਦੇ ਵਿੱਚ ਆਪਣੀ ਥਾਂ ਨੂੰ ਲੱਭਿਆ। ਆਪਣੀ ਜਗ੍ਹਾ ਲੱਭਣ ਦੇ ਲਈ ਉਹਨਾਂ ਨੇ ਝੂਠੇ ਫਾਲਸਹੁੱਡ, ਝੂਠ ਦਾ ਸਹਾਰਾ ਲਿਆ। ਸ਼ਾਨ ਸ਼ੌਕਤ ਦੇ ਚੱਕਰਾਂ ਦੇ ਵਿੱਚ ਆਉਂਦੇ ਹੋਏ ਮੈਂ ਕਿਸੇ ਤੋਂ ਕਮ ਨਹੀਂ, ਮੈਂ ਕਿਸੇ ਤੋਂ ਘੱਟ ਨਹੀਂ ਹਾਂ, ਦੂਸਰਿਆਂ ਦੀ ਕਾਪੀ ਕਰਨਾ ਸ਼ੁਰੂ ਕੀਤਾ। ਉਸ ਉਮਰ ਦੇ ਵਿੱਚ ਹੀ ਜਾਂ ਤੇ ਬੱਚੇ ਵਿਗੜ ਜਾਂਦੇ ਹਨ ਜਾਂ ਤੇ ਸਹੀ ਰਹਿੰਦੇ ਹਨ। ਸਮਝ ਰਹੇ ਹੋ, ਸੁਣ ਰਹੇ ਹੋ? 16 ਤੋਂ ਲੈ ਕੇ 23 ਸਾਲ ਦੀ ਉਮਰ ਦੇ ਵਿੱਚ ਸਾਇੰਟੀਫਿਕਲੀ ਮੈਡੀਕਲੀ ਇਸ ਪ੍ਰਕਾਰ ਨਾਲ ਕਿਹਾ ਜਾਂਦਾ, ਜੋ ਉਹਦੀ ਸਟੱਡੀ ਕਰਦੇ ਹਨ, ਉਹਨਾਂ ਨੇ ਕਿਹਾ ਹੈ that is the most crucial time। ਇਹ ਉਹ ਸਮਾਂ ਹੁੰਦਾ ਹੈ ਜਦੋਂ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਨਾਲ ਸਭ ਤੋਂ ਅਧਿਕ ਸਮਾਂ ਗੁਜ਼ਾਰਨਾ ਚਾਹੀਦਾ ਹੈ। 16 ਤੋਂ ਲੈ ਕੇ 23 ਸਾਲ, that is the time of molding। ਇਹ ਉਹ ਸਮਾਂ ਜਦੋਂ ਉਹ ਆਪਣੇ ਜੀਵਨ ਨੂੰ ਮੋਲਡ ਕਰ ਰਹੇ ਹੁੰਦੇ, ਕਿਹੜੀ ਦਿਸ਼ਾ ਨੂੰ ਉਹ ਜਾਣਾ ਹੈ। ਪਿਆਰੇ ਰੱਬ ਦੇ ਲੋਕੋ, ਸ਼ੈਤਾਨ ਉਹਨਾਂ ਨੂੰ ਇੱਕ ਝੂਠ ਦਾ ਆਸਰਾ ਦਿਲਾਉਂਦਾ ਹੈ। ਸ਼ੈਤਾਨ ਉਹਨਾਂ ਨੂੰ ਇੱਕ ਬਲੇਮ ਗੇਮ ਦੇ ਵਿੱਚ ਲੈ ਕੇ ਆਉਂਦਾ ਹੈ, ਦੋਸ਼ ਦੇ ਉਸ ਗੇਮ ਨੂੰ ਖੇਡਦਾ ਹੈ। ਉਹ ਆਪਣੀ ਜਗ੍ਹਾ ਨੂੰ ਲੱਭ ਨਹੀਂ ਪਾਉਂਦੇ, ਇਸ ਲਈ ਮਾਤਾ ਪਿਤਾ ਦੇ ਉੱਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਪਹਿਲੀ ਜਨਰੇਸ਼ਨ ਦੂਸਰੀ ਜਨਰੇਸ਼ਨ ਦੇ ਉੱਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਔਰ ਮੈਂ ਤੁਹਾਨੂੰ ਕਹਾਂ, ਪੁਰਾਣੀ ਜਨਰੇਸ਼ਨ ਨੇ ਵੀ ਇਹੀ ਕੰਮ ਕੀਤਾ। ਉਹਨਾਂ ਨੇ ਆਪਣੇ ਜ਼ਮਾਨੇ ਦੇ ਵਿੱਚ ਆਪਣੇ ਪਿਛਲਿਆਂ ਦੇ ਉੱਤੇ ਦੋਸ਼ ਲਗਾਇਆ। ਇਸ ਤਰ੍ਹਾਂ ਇਹ ਚੱਲਦਾ ਰਿਹਾ। ਆਖਿਰਕਾਰ ਉਹ ਬਲੇਮ ਕਿਹਦੇ ਉੱਤੇ ਸੀ? ਸ਼ੈਤਾਨ ਦੇ ਉੱਤੇ ਸੀ, ਜਿਸ ਨੇ ਉਹਨਾਂ ਦੇ ਅਸਤਿਤਵ ਨੂੰ ਗਵਾ ਦਿੱਤਾ। ਉਸ ਜਵਾਨ ਬੇਟੇ ਨੇ ਸੋਚਿਆ, ਮੈਂ ਸਭ ਕੁਝ ਸਹੀ ਕਰ ਰਿਹਾ, ਮੇਰੇ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਹ ਬੇਟਾ, ਉਹ ਜਵਾਨ ਲੜਕਾ ਜੋ ਆਇਆ, ਦੇਖਣ ਦੇ ਵਿੱਚ, ਸੋਚਣ ਦੇ ਵਿੱਚ, ਉਸ ਦੀ ਗੱਲਾਂ ਦੇ ਵਿੱਚ ਤੁਹਾਨੂੰ ਲੱਗੇਗਾ ਇਹ ਬਹੁਤ ਅੱਛਾ ਲੜਕਾ ਹੈ, ਜਿਸਨੇ ਕਦੀ ਚੋਰੀ ਨਾ ਕੀਤੀ ਹੋਵੇ, ਜਿਸਨੇ ਕਦੀ ਹੱਤਿਆ ਨਾ ਕੀਤੀ ਹੋਵੇ, ਜਿਸਨੇ ਕਦੀ ਵਿਚਾਰ ਨਾ ਕੀਤਾ ਹੋਵੇ, ਮਾਤਾ ਪਿਤਾ ਦੇ ਆਗਿਆ ਦੇ ਅਧੀਨ ਰਿਹਾ ਹੋਵੇ। ਕਿੰਨਾ ਅੱਛਾ ਇੱਕ ਜਵਾਨ ਲੜਕਾ ਹੈ। ਲੇਕਿਨ ਉਸਨੇ ਇਹ ਐਕਸਪੈਕਟ ਨਹੀਂ ਸੀ ਕੀਤਾ ਕਿ ਯਿਸੂ ਮਸੀਹ ਉਸ ਦੀ ਕਮੀ ਨੂੰ ਵੀ ਜ਼ਾਹਿਰ ਕਰੇਗਾ। ਉਸਨੇ ਇਹ ਕਦੇ ਵੀ ਉਮੀਦ ਨਹੀਂ ਸੀ ਲਗਾਈ ਕਿ ਮੇਰੀ ਕਮੀ ਵੀ ਕੋਈ ਜਾਣਦਾ ਹੈ, ਮੇਰੀ ਕਮੀ ਨੂੰ ਵੀ ਕੋਈ ਪ੍ਰਗਟ ਕਰੇਗਾ। ਮੇਰੇ ਪਿਆਰੇ ਰੱਬ ਦੇ ਲੋਕੋ, ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਹਨ ਜੋ ਬਾਹਰੋਂ ਬਹੁਤ ਅੱਛੇ ਲੱਗ ਰਹੇ ਹਨ, ਪਰ ਤੁਸੀਂ ਉਹਨਾਂ ਦੀ ਵਿਅਕਤੀਗਤ ਕਹਾਣੀਆਂ ਨੂੰ ਜੇਕਰ ਤੁਸੀਂ ਸੁਣੋਗੇ, ਉਹ ਦੱਸਣਗੇ ਮੈਂ ਸਭ ਤੋਂ ਇਕੱਲਾ ਹਾਂ, ਮੈਂ ਸਭ ਤੋਂ ਇਕੱਲਾ ਹਾਂ, ਆਈ ਐਮ ਦ ਲੋਨਲੀਐਸਟ ਪਰਸਨ। ਇੱਕ ਵਾਰੀ ਇੱਕ ਹਾਲੀਵੁੱਡ ਦਾ ਐਕਟਰ ਸੀ, ਉਸ ਐਕਟਰ ਨੂੰ ਪੁੱਛਿਆ ਤੁਸੀਂ ਆਪਣੇ ਜੀਵਨ ਦੇ ਬਾਰੇ ਕੀ ਕਹਿੰਦੇ ਹੋ? ਤੁਸੀਂ ਬਹੁਤ ਕੁਝ ਬਣਾਇਆ ਹੈ, ਤੁਹਾਡਾ ਨਾਮ ਬਹੁਤ ਹੋਇਆ, ਤੁਸੀਂ ਕੀ ਆਪਣੇ ਬਾਰੇ ਕਹਿਣਾ ਚਾਹੁੰਦੇ ਹੋ? ਉਹ ਅਕੈਡਮੀ ਦੀ ਇੱਕ ਅਵਾਰਡ ਨੂੰ ਲੈ ਕੇ ਆਪਣੇ ਹੱਥ ਵਿੱਚ ਲੈ ਕੇ ਜਾ ਰਿਹਾ ਸੀ। ਉਸਨੇ ਕਿਹਾ, ਇਹ ਅਕੈਡਮੀ ਦਾ ਅਵਾਰਡ ਮੈਨੂੰ ਫਿਲਮ ਇੰਡਸਟਰੀ ਨੇ ਦਿੱਤਾ ਹੈ। ਮੇਰੇ ਕੰਮ ਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ ਸਭ ਤੋਂ ਅੱਛਾ ਐਕਟਰ ਤੁਸੀਂ ਹੋ। ਕਹਿੰਦਾ ਲੇਕਿਨ ਜਦ ਮੈਂ ਇਸ ਅਵਾਰਡ ਨੂੰ ਲੈ ਕੇ ਮੈਂ ਘਰ ਜਦੋਂ ਜਾਵਾਂਗਾ, I will be the most loneliest person in the world. I wish someone could hold my lonely hand. ਉਹ ਕਹਿੰਦਾ ਹੈ ਕਿ ਮੈਂ ਦੁਨੀਆ ਦਾ ਸਭ ਤੋਂ ਇਕੱਲਾ ਮਨੁੱਖ ਹਾਂ। ਕਾਸ਼ ਕਿ ਜਦ ਮੈਂ ਘਰ ਦੇ ਵਿੱਚ ਜਾਵਾਂ ਤਾਂ ਕੋਈ ਮੇਰੇ ਇਸ ਇਕੱਲੇ ਹੱਥ ਨੂੰ ਕੋਈ ਫੜ ਸਕੇ। ਉਹਦੇ ਇਕੱਲੇ ਹੱਥ ਨੂੰ ਫੜਨ ਵਾਲਾ ਕੋਈ ਨਹੀਂ, ਉਹਦੇ ਇਕੱਲੇ ਹੱਥ ਨੂੰ ਫੜਨ ਲਈ ਸਿਰਫ ਯਿਸੂ ਹੈ। ਹਾਲੇਲੂਇਆ। ਤੁਹਾਡੇ ਇਕੱਲੇ ਹੱਥ ਨੂੰ ਫੜਨ ਵਾਲਾ ਸਿਰਫ ਯਿਸੂ ਹੈ। ਇਸ ਲਈ ਬਹੁਤ ਸਾਰੇ ਲੋਕ ਆਪਣੇ ਉਸ ਇਕੱਲੇਪਨ ਦੇ ਵਿੱਚ ਆ ਕੇ ਬਹੁਤ ਵੱਡੀਆਂ ਗਲਤੀਆਂ ਕਰ ਲੈਂਦੇ ਹਨ। ਤੁਸੀਂ ਨਸ਼ੇ ਵਾਲਿਆਂ ਨੂੰ ਪੁੱਛੋ, ਕੁਝ ਦਿਨ ਪਹਿਲਾਂ ਮੈਨੂੰ ਇੱਕ ਰੋੜੀਵਾਲ ਤੋਂ ਫੋਨ ਆਇਆ। ਪਿੰਡ ਰੋੜੀਵਾਲ ਤੋਂ ਇੱਕ ਬੇਟੇ ਨੇ ਮੈਨੂੰ ਫੋਨ ਕਰਕੇ ਕਿਹਾ, ਪਾਸਟਰ ਜੀ ਮੇਰੇ ਲਈ ਪ੍ਰਾਰਥਨਾ ਕਰੋ। ਮੈਂ ਕਿਹਾ ਕੀ ਗੱਲ ਹੈ? ਉਹ ਕਹਿੰਦਾ ਪਾਸਟਰ ਜੀ ਸਾਡੇ ਪਿੰਡ 'ਚ ਨਸ਼ਾ ਨਹੀਂ ਮਿਲ ਰਿਹਾ ਕੁਝ ਦਿਨ ਤੋਂ, ਮੈਨੂੰ ਤੋੜ ਵੱਜਦੀ ਹੈ ਨਸ਼ੇ ਦੀ, ਲੇਕਿਨ ਮੈਂ ਇਸ ਨਸ਼ੇ ਤੋਂ ਛੱਡਣਾ ਚਾਹੁੰਦਾ, ਮੈਂ ਬਾਹਰ ਆਉਣਾ ਚਾਹੁੰਦਾ, ਮੇਰੇ ਲਈ ਪ੍ਰਾਰਥਨਾ ਕਰੋ। ਮੈਂ ਉਸ ਵੇਲੇ ਸੋਚਿਆ ਇਕੱਲਾ ਲੜਕਾ ਨਹੀਂ ਹੈ ਜਿਹੜਾ ਇੱਕ ਬੋਲ ਰਿਹਾ ਕਿ ਮੈਂ ਇਸ ਤੋੜ ਤੋਂ ਬਾਹਰ ਨਿਕਲਣਾ ਚਾਹੁੰਦਾ, ਮੇਰੇ ਲਈ ਪ੍ਰਾਰਥਨਾ ਕਰੋ। ਐਸੇ ਅਨੇਕੋਂ ਲੋਕ ਹਨ ਜਿਹੜੇ ਆਪਣੇ ਜੀਵਨ ਦੇ ਕਈ ਹਾਲਾਤ ਵਿੱਚ ਆ ਕੇ ਇਸ ਪ੍ਰਕਾਰ ਨਾਲ ਪ੍ਰਾਰਥਨਾ ਕਰ ਰਹੇ ਹਨ, ਸੋਚ ਰਹੇ ਹਨ ਕਿ ਮੈਨੂੰ ਤੋੜ ਵੱਜ ਰਹੀ ਕਿ ਮੈਂ ਨਿਕਲ ਆਵਾਂ ਬਾਹਰ, ਪਰ ਮੇਰੇ ਕੋਲ ਨਿਕਲਣ ਦਾ ਰਸਤਾ ਨਹੀਂ ਹੈ। ਪਿਆਰੇ ਰੱਬ ਦੇ ਲੋਕੋ, ਤੁਸੀਂ ਆਪਣਾ ਭਰੋਸਾ ਪਰਮੇਸ਼ਰ ਉੱਤੇ ਰੱਖਣਾ, ਆਪਣੇ ਇਕੱਲੇਪਨ ਦੇ ਹੱਥ ਨੂੰ ਯਿਸੂ ਮਸੀਹ ਦੇ ਉੱਤੇ ਰੱਖਣਾ।
ਉਹ ਤੁਹਾਡੇ ਜੀਵਨ ਦੇ ਉਸ ਕਮੀ ਨੂੰ ਬਾਹਰ ਕੱਢੇਗਾ। ਹਾਲੇਲੂਇਆ 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 ਹਾਲੇਲੂਇਆ। ਹਾਲੇਲੂਇਆ। ਬਹੁਤ ਸਾਰੇ ਬੇਟੇ ਬੇਟੀਆਂ ਗਲਤੀਆਂ ਕਰ ਬੈਠਦੇ ਨੇ ਜਦੋਂ ਆਪਣੇ ਕੱਲੇ ਸਮੇਂ ਦੇ ਵਿੱਚ ਕੁਝ ਹੋਰ ਹੀ ਖਿਆਲ ਰੱਖ ਕੇ ਕੁਝ ਹੋਰ ਆਪਸ਼ਨ ਦੇ ਵੱਲ ਸੋਚ ਲੈਂਦੇ ਹਨ। ਮੈਂ ਤੁਹਾਨੂੰ ਕਹਾਂ ਤੁਹਾਡੇ ਜੀਵਨ ਦੀ ਕਹਾਣੀ ਦੇ ਵਿੱਚ ਜੇਕਰ ਯੀਸ਼ੂ ਹੈ ਤਾਂ ਉਹ ਤੁਹਾਡੀ ਕਹਾਣੀ ਨੂੰ ਹੁਣੇ ਵੀ ਲਿਖ ਰਿਹਾ ਹੈ। ਉਹਦੀ ਪੈਨ ਦੇ ਵਿੱਚ ਇੰਕ ਹੁਣੇ ਵੀ ਖਤਮ ਨਹੀਂ ਹੋਇਆ ਹੈ। ਉਹ ਤੁਹਾਡੀ ਕਹਾਣੀ ਨੂੰ ਹੁਣੇ ਵੀ ਲਿਖ ਰਿਹਾ ਹੈ। ਉਹ ਤੁਹਾਡੀ ਜ਼ੁਬਾਨ ਤੋਂ ਆਪਣੀ ਕਹਾਣੀ ਨੂੰ ਬੁਲਵਾਏਗਾ। ਤੁਸੀਂ ਕੌਣ ਹੋ, ਤੁਹਾਡਾ ਅਸਤਿਤਵ ਕੀ ਹੈ। ਉਸਨੇ ਐਕਸਪੈਕਟ ਨਹੀਂ ਸੀ ਕੀਤਾ। ਉਹਨੇ ਸੋਚਿਆ ਸ਼ਾਇਦ ਮੈਂ ਬਹੁਤ ਧਨਵਾਨ ਹਾਂ, ਮੇਰੇ ਕੋਲ ਸਭ ਕੁਝ ਹੈ, ਲੇਕਿਨ ਉਸਦਾ ਮਨ ਉਸਦੇ ਤਨ ਦੇ ਉੱਤੇ ਸੀ। ਯੀਸ਼ੂ ਨੇ ਕਿਹਾ ਤੇਰੇ ਕੋਲ ਸਭ ਕੁਝ ਹੈ ਤੇ ਵੀ ਇੱਕ ਗੱਲ ਦੀ ਕਮੀ ਹੈ, ਇੱਕ ਗੱਲ ਦਾ ਕਾਟਾ ਹੈ। ਇੱਕ ਗੱਲ ਦਾ ਕਾਟਾ ਹੈ, ਦੋ ਗੱਲਾਂ ਦਾ ਨਹੀਂ, ਅਨੇਕੋਂ ਗੱਲਾਂ ਦਾ ਨਹੀਂ। ਯੀਸ਼ੂ ਨੇ ਕਿਹਾ ਇੱਕ ਗੱਲ ਦਾ ਕਾਟਾ ਹੈ। ਉਹ ਕਾਟਾ ਕੀ ਹੈ? ਤੂੰ ਆਪਣਾ ਮਾਲ ਸਭ ਕੁਝ ਵੇਚ ਕੇ ਕਿਸ ਨੂੰ ਦੇ? ਕੰਗਾਲਾਂ ਨੂੰ। ਉਹ ਲਿਖਿਆ ਉਹ ਉਦਾਸ ਹੋ ਕੇ ਚਲਾ ਗਿਆ। ਉਹ ਉਦਾਸ ਹੋ ਕੇ ਚਲਾ ਗਿਆ। ਮੇਰੇ ਪਿਆਰੇ ਰੱਬ ਦੇ ਲੋਕੋ, ਜਦ ਖੁਦਾ ਸਾਡੀ ਕਮੀ ਨੂੰ ਦੱਸੇ ਉਦਾਸ ਹੋ ਕੇ ਚਲੇ ਨਾ ਜਾਣਾ, लेकिन अपनी कमी ਨੂੰ ਮੰਨ ਕੇ ਪ੍ਰਭੂ ਦੇ ਅੱਗੇ ਅਰਪਣ ਕਰਨਾ। ਹਾਲੇਲੂਇਆ ਹਾਲੇਲੂਇਆ। ਕਈ ਵਾਰ ਅਸੀਂ ਆਪਣੀ ਅੱਛੀਆਂ ਗੱਲਾਂ ਨੂੰ ਸੁਣਨ ਦੇ ਲਈ ਆਨੇ ਆ। ਕਈ ਵਾਰ ਅਸੀਂ ਚਾਹਨੇ ਕਿ ਮੇਰੀ ਵਾਹ ਵਾਹ ਕੀਤੀ ਜਾਏ। ਕਈ ਵਾਰ ਅਸੀਂ ਸੁਣਦੇ ਕਿ ਮੇਰੀ ਪੇਟ ਉਤੇ ਹਮੇਸ਼ਾ ਥਾਪੀ ਵੱਜਦੀ ਰਵੇ। ਕਈ ਵਾਰ ਅਸੀਂ ਸੁਣਦੇ ਕਿ ਨਹੀਂ ਮੇਰੇ ਅੰਦਰ ਕੋਈ ਕਮੀ ਨਹੀਂ ਹੈ। ਲੇਕਿਨ ਮੈਂ ਤੁਹਾਨੂੰ ਕਹਾਂ ਖੁਦਾ ਜੇਕਰ ਤੁਹਾਡੇ ਗੁਣਾਂ ਨੂੰ ਜਾਣਦਾ ਹੈ ਤਾਂ ਉਹ ਤੇਰੀਆਂ ਕਮੀਆਂ ਨੂੰ ਵੀ ਜਾਣਦਾ ਹੈ। ਸਾਰੇ ਮੇਰੇ ਪਿੱਛੇ ਬੋਲੋ, ਪਰਮੇਸ਼ਰ ਮੇਰੇ ਗੁਣਾਂ ਨੂੰ ਵੀ ਜਾਣਦਾ ਹੈ। ਪਰਮੇਸ਼ਰ ਮੇਰੇ ਗੁਣਾਂ ਨੂੰ ਵੀ ਜਾਣਦਾ ਹੈ ਤਾਂ ਉਹ ਮੇਰੇ ਕਮੀਆਂ ਨੂੰ ਵੀ ਜਾਣਦਾ ਹੈ। ਤਾਂ ਉਹ ਮੇਰੀਆਂ ਕਮੀਆਂ ਨੂੰ ਵੀ ਜਾਣਦਾ ਹੈ। ਉਹ ਮੇਰੇ ਕਮੀਆਂ ਨੂੰ ਵੀ ਜਾਣਦਾ ਹੈ। ਸ਼ੈਤਾਨ ਕਹੇਗਾ ਤੂੰ ਆਪਣੇ ਤਨ ਦੇ ਉੱਤੇ ਭਰੋਸਾ ਰੱਖਣਾ, ਤੂੰ ਤਨ ਕਮਾ ਰਿਹਾ ਹੈ, ਇਹੀ ਤਨ ਤੈਨੂੰ ਸਭ ਕੁਝ ਦੇਵੇਗਾ। ਪਰ ਖੁਦਾਵੰਦ ਦਾ ਵਚਨ ਕਹਿੰਦਾ ਹੈ ਪਹਿਲਾ ਭਰੋਸਾ ਪਰਮੇਸ਼ਰ ਉੱਤੇ ਰੱਖਣਾ। ਇਸ ਲਈ ਕਹੋ ਤਾਂ 3 ਦੀ 5 ਔਰ 6 ਵਿੱਚ ਲਿਖਿਆ ਹੈ ਤੂੰ ਆਪਣੀ ਸਮਝ ਦਾ ਸਹਾਰਾ ਨਾ ਲੈ। तू अपनी समझ दा सहारा ना ले। Devil says you have the money, you have security। शैतान कहेगा तेरे कोल पैसा है, तेरे कोल सिक्योरिटी है। पैसा तेनू खाना खरीद के दे सकता है पर तेरी भुख नू मिटा नहीं सकता। शैतान तेरे मन दे अंदर हर प्रकार दी गल्लां नू लेके आएगा। पहले पैसा नू कमा ले, बाकी सब कुछ आ जाएगा। मैं तुहानू कहा नो, ये शैतान दा एक बहुत बड़ा झूठ है। झूठ है। यीशु मसीह ने कई दृष्टांत दिते। उन्हां दृष्टांतां दे विचों 16 दृष्टांतां दे विच बारंबार इक्को गल दे उत्ते जोर दिता गया, तू पैसे दे उत्ते जोर ना देना, तू पैसे दे उत्ते भरोसा ना रखना, पैसे दे उत्ते लालच ना करना। 16 दृष्टांतां दे उत्ते पैसे दे उत्ते जोर दिता गया है। वचले वचन च लिखिया मत्ती 6 ਦੀ 33 ਆਇਤ ਵਿੱਚ ਲਿਖਿਆ, Matthew chapter 6 verse 33, it is written seek you first the kingdom of God। पहले दे स्वर्गीय राज और धर्म दी खोज करो ਤਾਂ ਸਭ ਵਸਤੂਆਂ ਤੇਰੇ ਪਿੱਛੇ ਪੈ ਕੇ ਮਿਲਣਗੀਆਂ। सब वस्तुआं तेरे पीछे पै के मिलेंगी। शैतान उल्टा कहेगा। शैतान कहेगा नहीं, पहले पैसे दी लालसा करना, फिर तू परमेश्वर दे पीछे चलना। पहले तू चीज़ां दे मगर भज, फिर तू परमेश्वर दे पीछे चलना। नो, दैट इज अ लाई ऑफ सैटन। ये शैतान दा बहुत बड़ा झूठ है। परमेश्वर नू पहला स्थान देना। हालेलुया। परमेश्वर नू पहला स्थान देना। फर्स्ट थिंग यीशु मसीह ने कहा एक गल दा काटा है। सारे बोलो एक गल दा काटा है। एक गल दा काटा है। मैं अपनी कमी नू जानदा, तुसी अपनी कमियां नू जानदे हो। हालेलुया। हालेलुया। ਤੁਹਾਡਾ ਕਾਟਾ ਕਿਹੜੀਆਂ ਗੱਲਾਂ ਦੇ ਵਿੱਚ ਹੈ? ਹਰ ਇੱਕ ਵਿਅਕਤੀ ਆਪਣੀ ਕਮੀ ਨੂੰ ਜਾਣਦਾ ਹੈ। ਜਾਣਦਾ ਹੈ? ਬੋਲੋ ਜਾਣਦਾ ਹੈ ਕਿ ਨਹੀਂ ਜਾਣਦਾ? ਜਾਣਦਾ ਹੈ। ਭਾਵੇਂ ਮਖੌਟਾ ਪਹਿਨ ਕੇ ਤੁਰਦਾ ਫਿਰਦਾ ਰਹੇ ਤੇ ਵੀ ਉਸ ਨੂੰ ਪਤਾ ਹੈ ਕਿ ਮੇਰੀ ਕਮੀ ਕੀ ਹੈ ਕਿ ਨਹੀਂ ਪਤਾ? ਪਤਾ ਹੈ। ਹਨਾ? ਕਈ ਵਾਰ ਅਸੀਂ ਗਵਾਹੀਆਂ ਦੇ ਵਿੱਚ ਬੋਲਦੇ ਨੇ ਰੱਬ ਮੇਰੇ ਸਾਰੀਆਂ ਜਾਣੇ ਅਣਜਾਣੇ ਦੇ ਵਿੱਚ ਭੁੱਲਾਂ ਚੁੱਕਾ ਹੋਈਆਂ ਮਾਫ ਕਰੇ। ਅਸੀਂ ਉੱਤੋਂ ਉੱਤੋਂ ਦੀ ਕਲੀ ਫੇਰ ਦਿੰਦੇ ਆ, ਪਰ ਤੁਸੀਂ ਸਭ ਆਪਣੇ ਆਪਣੇ ਕਮੀਆਂ ਨੂੰ ਕੀ ਕਰਦੇ ਹੋ? ਜਾਣਦੇ ਹੋ। Everyone knows his or her weak points। ਹਰ ਵਿਅਕਤੀ ਆਪਣੀ ਕਮੀ ਨੂੰ ਕੀ ਕਰਦਾ ਹੈ? ਜਾਣਦਾ ਹੈ। ਉਹ ਕਮੀ ਮੈਂ ਨਹੀਂ, ਤੁਸੀਂ ਖੁਦ ਆਪਣੀ ਕਮੀ ਨੂੰ ਜਾਣਦੇ ਹੋ। ਯਿਸੂ ਨੇ ਕਿਹਾ ਇੱਕ ਗੱਲ ਦਾ ਕਾਟਾ ਹੈ। ਇੱਕ ਗੱਲ ਦਾ ਕੀ ਹੈ? ਕਾਟਾ ਹੈ। ਜਦੋਂ ਕਾਟਾ ਖੁਦਾ ਦੱਸੇ ਉਦਾਸ ਹੋ ਕੇ ਚਲੇ ਨਾ ਜਾਣਾ, ਆਪਣੀ ਕਮੀ ਨੂੰ ਮੰਨਣਾ। ਜਦੋਂ ਯਿਸੂ ਨੇ ਕਿਹਾ ਇੱਕ ਗੱਲ ਦਾ ਕਾਟਾ ਹੈ, ਉਦਾਸ ਹੋ ਕੇ ਚਲਾ ਗਿਆ, ਉਸਨੇ ਕਿਹੜੀ ਚੀਜ਼ ਗਵਾ ਲਈ? ਸਦਾ ਦੇ ਜੀਵਨ ਨੂੰ ਉਸਨੇ ਕੀ ਕਰ ਲਿਆ? ਗਵਾ ਲਿਆ। ਉਸ ਦਾ ਕਾਟਾ ਸੱਚਮੁੱਚ ਉਸ ਦੇ ਲਈ ਕਾਟਾ ਹੀ ਬਣ ਗਿਆ, ਕਿਉਂਕਿ ਉਸ ਦਾ ਮਨ ਕਿਤੇ ਸੀ? ਤਨ ਦੇ ਵੱਲ ਸੀ।
ਉਸ ਦਾ ਮਨ ਕਿੱਥੇ ਸੀ? ਧਨ ਵੱਲ। ਹਾਲੇਲੂਇਆ ਹਾਲੇਲੂਇਆ। 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 ਬੱਚਾ ਚ ਲਿਖਿਆ ਕੋਈ ਇਨਸਾਨ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਕੋਈ ਇਨਸਾਨ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਜਾਂ ਤੇ ਉਹ ਪਰਮੇਸ਼ਰ ਦੀ ਸੇਵਾ ਕਰੇਗਾ ਜਾਂ ਤੇ ਉਹ ਧਨ ਦੀ ਸੇਵਾ ਕਰੇਗਾ। ਉਸੇ ਇੰਗਲਿਸ਼ ਚ ਲਿਖਿਆ, ਸਾਡੀ ਅੰਗਰੇਜ਼ੀ ਦੀ ਬਾਈਬਲ ਚ ਲਿਖਿਆ ਮੈਮਨ। ਮੈਮਨ ਇਜ਼ ਅ ਗॉड। ਉਹ ਇੱਕ ਦੇਵਤਾ ਹੈ। ਉਹ ਦੇਵਤਾ ਕਿਹੜਾ? ਪੈਸੇ ਦਾ ਦੇਵਤਾ ਹੈ। ਸਾਡੇ ਹਿੰਦੁਸਤਾਨ ਦੇ ਵਿੱਚ ਵੀ ਪੈਸੇ ਨੂੰ ਰੱਬ ਮੰਨਦੇ ਹੈ। ਉਹਦੀ ਪੂਜਾ ਕੀਤੀ ਜਾਂਦੀ ਹੈ। ਕੀਤੀ ਜਾਂਦੀ ਹੈ। ਕੀਤੀ ਜਾਂਦੀ ਹੈ। ਪੈਸੇ ਦੀ ਪੂਜਾ ਕੀਤੀ ਹੈ। ਇਹਦਾ ਮਤਲਬ ਪੈਸੇ ਨੂੰ ਪਰਮੇਸ਼ਰ ਦੇ ਨਾਲ ਦਰਜਾ ਦਿੱਤਾ ਗਿਆ ਹੈ। ਮੇਰੇ ਪਿਆਰੇ ਰੱਬ ਦੇ ਲੋਕੋ, ਤੁਸੀਂ ਪੈਸੇ ਨੂੰ ਕਦੀ ਪਹਿਲਾ ਸਥਾਨ ਨਾ ਦੇਣਾ, ਪਰਮੇਸ਼ਰ ਨੂੰ ਪਹਿਲਾ ਸਥਾਨ ਦੇਣਾ। ਸਭ ਚੀਜ਼ਾਂ ਨਾਲ ਨਾਲ ਜੁੜਦੀਆਂ ਜਾਣਗੀਆਂ। ਹਾਲੇਲੂਇਆ। 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 ਇੱਕ ਗੱਲ ਦਾ ਘਾਟਾ ਹੈ। ਦੂਸਰਾ ਅਸੀਂ ਪੜਾਂਗੇ ਪਰਮੇਸ਼ਰ ਦਾ ਕਲਾਮ ਸਾਨੂੰ ਕੀ ਸਿਖਾ ਰਿਹਾ ਹੈ। ਪੜੋ ਲੂਕਾ ਦੀ ਅੰਜੀਲ 10 ਬਾਬ 38 ਤੋਂ 42 ਆਇਤ ਨੂੰ ਪੜਾਂਗੇ। लूक चैप्टर 10 38 to 42। जब वे जा रहे थे तो वह एक गांव में गया और मार्था नामक एक स्त्री ने उसे अपने घर में उतारा। मरियम नामक उसकी एक बहन थी। वह प्रभु के चरणों में बैठकर उसका वचन सुनती थी। परंतु मार्था सेवा करते करते घबरा गई और उसके पास आकर कहने लगी, हे प्रभु, क्या तुझे कुछ भी चिंता नहीं कि मेरी बहन ने मुझे सेवा करने के लिए अकेली ही छोड़ दिया है? इसलिए उसे कह कि मेरी सहायता करे। प्रभु ने उससे उत्तर दिया, मार्था, हे मार्था, तू बहुत बातों के लिए चिंता करती और घबराती है, परंतु एक बात आवश्यक है। परंतु एक बात आवश्यक है और उस उत्तम भाग को मरियम ने चुन लिया है जो उससे छीना ना जाएगा। बस दूसरा है एक गल दी लोड़ है। सारे मेरे पीछे बोलांगे, एक गल दी लोड़ है। ਇੱਕ ਗੱਲ ਦੀ ਲੋੜ ਹੈ। एक गल दी की है? ਲੋੜ ਹੈ। पहला से सुनिया एक गल दी। एक गल दा घाटा घाटा है। है। दूसरा से सुन रहे हैं एक गल दी ਲੋੜ ਹੈ। लिखिया यीशु मसीह एक बारी एक पिंड विचों जी जा रहे सन। मार्था नामक एक औरत ने यीशु मसीह ने अपने घर दे विच उतारिया। उस घर दे विच मरियम उसकी भैन भी है। जब मार्था ने यीशु मसीह अपने घर दे विच उतारिया ਤਾਂ ਲਿਖਿਆ ਉਸ ਦੀ ਭੈਣ ਮਰੀਅਮ ਯੀਸ਼ੂ ਮਸੀਹ ਦੇ ਚਰਨਾਂ ਦੇ ਵਿੱਚ ਜਾ ਕੇ ਬੈਠ ਗਈ ਔਰ ਮਾਰਥਾ ਸੇਵਾ ਟਹਿਲ ਕਰਨ ਲੱਗੀ। ਜਿਹਦੇ ਕਿਤੇ ਵੀ ਯੀਸ਼ੂ ਮਸੀਹ ਜਾਂਦਾ ਸੀ, ਇਕੱਲਾ ਨਹੀਂ ਸੀ ਜਾਂਦਾ, ਉਹਦੇ ਨਾਲ ਸੰਗਤ, ਉਸਦੇ ਚੇਲੇ ਉਸਦੇ ਨਾਲ ਹੀ ਹੁੰਦੇ ਸਨ। ਜਦ ਚੇਲੇ ਉਸਦੇ ਨਾਲ ਗਏ, ਚੇਲਿਆਂ ਨੂੰ ਸੰਗਤ ਨੂੰ ਦੇਖ ਕੇ ਮਾਰਥਾ ਘਬਰਾ ਗਈ। ਮਾਰਥਾ ਘਬਰਾ ਗਈ। ਇੱਕੋ ਘਰ ਦੀਆਂ ਦੋ ਭੈਣਾਂ ਇੱਕ ਰਸੋਈ ਦੇ ਵਿੱਚ ਚਲੇ ਗਈ, ਇੱਕ ਭੈਣ ਯੀਸ਼ੂ ਮਸੀਹ ਦੇ ਚਰਨਾਂ 'ਚ ਬੈਠ ਗਈ। ਯੀਸ਼ੂ ਮਸੀਹ ਵਚਨ ਸੁਣਾ ਰਹੇ ਹਨ, ਲੇਕਿਨ ਮਾਰਥਾ ਰਸੋਈ ਦੇ ਵਿੱਚ ਕੰਮ ਕਰਦੇ ਕਰਦੇ ਘਬਰਾ ਗਈ। ਉਹਦਾ ਸੁਭਾਅ ਬੜਾ ਅਲੱਗ ਹੈ, ਬਿਲਕੁਲ ਅਲੱਗ ਹੈ। ਮਾਰਥਾ ਘਬਰਾ ਕੇ ਯੀਸ਼ੂ ਮਸੀਹ ਨੂੰ ਕਹਿ ਰਹੀ ਹੈ, ਗੁਰੂ ਜੀ ਤੈਨੂੰ ਕੋਈ ਚਿੰਤਾ ਨਹੀਂ, ਤੈਨੂੰ ਕੋਈ ਚਿੰਤਾ ਨਹੀਂ। ਕਈ ਵਾਰੀ ਤੁਸੀਂ ਦੇਖਿਆ ਹੋਣਾ, ਇੱਕੋ ਘਰ ਦੇ ਵਿੱਚ ਦੋ ਜੀ, ਸੁਭਾਅ ਦੋਵਾਂ ਦਾ ਕੀ ਹੋਏਗਾ? ਅਲੱਗ-ਅਲੱਗ। ਇੱਕੋ ਘਰ ਦੇ ਵਿੱਚ ਦੋ ਬੱਚੇ, ਦੋਨਾਂ ਦਾ ਸੁਭਾਅ ਕੀ ਹੋਏਗਾ? ਅਲੱਗ-ਅਲੱਗ। ਮੈਂ ਬੜੀ ਵਾਰੀ ਇਹ ਮਿਸਾਲ ਦਿੱਤੀ ਹੈ। ਇੱਕੋ ਘਰ ਦੇ ਵਿੱਚ ਦੋ ਬੇਟੇ, ਦੋ ਬੱਚੇ, ਦੋਨਾਂ ਦਾ ਸੁਭਾਅ ਅਲੱਗ ਹੋਏਗਾ। ਇੱਕ ਨੂੰ ਤੁਸੀਂ ਚਾਕੂ ਵੀ ਪਕੜਾ ਦੋਗੇ, ਤੁਹਾਨੂੰ ਪਤਾ ਇਹਨੇ ਕੋਈ ਨੁਕਸਾਨ ਨਹੀਂ ਕਰਨਾ। ਦੂਸਰੇ ਨੂੰ ਤੁਸੀਂ ਮੱਖਣ ਦੀ ਟਿੱਕੀ ਵੀ ਰੱਖਦੇ, ਤੁਹਾਨੂੰ ਪਤਾ ਇਹਨੇ ਖਿਲਾਰ ਦੇਣਾ। ਦੋਵਾਂ ਦਾ ਸੁਭਾਅ ਕੀ ਹੈ? ਅਲੱਗ-ਅਲੱਗ। ਮਾਰਥਾ ਔਰ ਮਰੀਅਮ ਦੋਵੇਂ ਇੱਕੋ ਘਰ ਦੀਆਂ ਭੈਣਾਂ। ਮਰੀਅਮ ਚੁੱਪਚਾਪ ਕਰਦੇ ਯੀਸ਼ੂ ਮਸੀਹ ਦੇ ਚਰਨਾਂ 'ਚ ਬੈਠੀ ਹੈ। ਮਾਰਥਾ ਟਹਿਲ ਸੇਵਾ ਕਰ ਰਹੀ ਹੈ, ਟਹਿਲ ਸੇਵਾ ਕਰ ਰਹੀ ਹੈ। ਸੇਵਾ ਕਰਦੇ ਕਰਦੇ ਘਬਰਾ ਗਈ। ਘਬਰਾਉਂਦੇ ਉਸ ਨੇ ਯੀਸ਼ੂ ਨੂੰ ਕਿਹਾ, ਗੁਰੂ ਜੀ ਤੈਨੂੰ ਕੋਈ ਚਿੰਤਾ ਨਹੀਂ। ਯੀਸ਼ੂ ਮਸੀਹ ਨੂੰ ਕੀ ਚਿੰਤਾ ਹੋਏਗੀ? ਯੀਸ਼ੂ ਮਸੀਹ ਤਾਂ ਪ੍ਰਾਹੁਣਾ ਹੈ, ਪ੍ਰਾਹੁਣਿਆਂ ਨੂੰ ਕੀ ਚਿੰਤਾ ਹੋਏਗੀ? ਇਹਦਾ ਅਰਥ ਹੈ ਮਾਰਥਾ ਬੋਲਣ ਦੇ ਵਿੱਚ ਇੱਕ ਸਟੈਪ ਗਾਂ ਹੈ। ਮਰੀਅਮ ਕੀ ਕਰ ਰਹੀ ਹੈ? ਚੁੱਪ ਬੈਠੀ ਹੈ, ਘਰ ਦੇ ਅੰਦਰ ਬੈਠੀ ਹੈ, ਇਹ ਚਰਨਾਂ ਦੇ ਵਿੱਚ ਬੈਠੀ ਹੈ। ਉਹਨੇ ਕਿਹਾ, ਦੇਖੋ ਮਰੀਅਮ ਨੇ ਮੈਨੂੰ ਕੱਲੀ ਛੱਡਿਆ, ਕੱਲੇ ਛੱਡ ਬੈਠੇ। ਮਰੀਅਮ ਬੋਲੀ ਕੁਝ ਨਹੀਂ। ਮਰੀਅਮ ਫਿਰ ਵੀ ਚੁੱਪ ਹੀ ਰਹੀ। ਉਹਨੇ ਕਿਹਾ, ਜੋ ਬੋਲਣਾ ਇਹਨੂੰ ਬੋਲੀ ਜਾਣ ਦਿਓ। ਮਰੀਅਮ ਚੁੱਪ ਕਰਕੇ ਸੁਣਦੀ ਰਹੀ। ਯੀਸ਼ੂ ਮਸੀਹ ਨੇ ਕਿਹਾ, ਮਾਰਥਾ ਮਾਰਥਾ, ਤੂੰ ਬਹੁਤੀਆਂ ਗੱਲਾਂ ਦਾ ਚਿੰਤਾ ਕਰਦੀ ਹੈ, ਚਿੰਤਾ ਕਰਦੀ ਹੈ, ਘਬਰਾ ਜਾਂਦੀ ਹੈ, ਪਰ ਇੱਕ ਗੱਲ ਦੀ ਲੋੜ ਹੈ। ਔਰ ਲੋੜ ਕੀ ਹੈ? ਜੋ ਮਰੀਅਮ ਨੇ ਇੱਕ ਉੱਤਮ ਹਿੱਸਾ ਚੁਣ ਲਿਆ ਹੈ, ਉਸ ਤੋਂ ਕਦੀ ਵੀ ਖੋਇਆ ਨਹੀਂ ਜਾਵੇਗਾ।
ਅਰਥਾਤ ਉਹ ਯੀਸ਼ੂ ਮਸੀਹ ਦੇ ਚਰਨਾਂ 'ਚ ਬੈਠੀ ਹੈ। ਹੁਣ ਲਿਸਨ, ਪ੍ਰਭੂ ਦੇ ਚਰਨਾਂ 'ਚ ਬੈਠਣਾ ਤੁਹਾਡੀ ਸੇਵਾ ਤੋਂ ਪਹਿਲਾਂ ਹੋਵੇ। ਕਈ ਵਾਰ ਅਸੀਂ ਕਹਿੰਦੇ ਕਿ ਮੈਂ ਸੇਵਾ ਪਾਣੀ ਕਰਦਾ, ਇਹੀ ਮੇਰੇ ਲਈ ਬਹੁਤ ਹੈ। ਨੋ, ਯੀਸ਼ੂ ਮਸੀਹ ਦੇ ਚਰਨਾਂ ਦੇ ਵਿੱਚ ਬੈਠ ਕੇ ਵਚਨ ਨੂੰ ਸੁਣਨਾ ਬੜਾ ਲਾਭਦਾਇਕ ਹੈ। ਮੈਂ ਕਿਉਂ ਕਹਿ ਰਿਹਾ? ਮਰੀਅਮ ਯੀਸ਼ੂ ਮਸੀਹ ਦੇ ਚਰਨਾਂ ਦੇ ਵਿੱਚ ਬੈਠੀ ਵਚਨ ਨੂੰ ਸੁਣਿਆ। ਦੂਸਰੀ ਵਾਰੀ ਉਸਨੇ ਆਪਣਾ ਦੁੱਖ ਯੀਸ਼ੂ ਮਸੀਹ ਨੂੰ ਦੱਸਿਆ ਅਗਲੇ ਜਗ੍ਹਾ ਦੇ ਵਿੱਚ। ਤੀਸਰੀ ਵਾਰੀ ਜਦ ਯੀਸ਼ੂ ਮਸੀਹ ਦੇ ਕੋਲ ਉਹ ਆਏ ਤੇ ਉਹੀ ਔਰਤ ਸੀ ਜਿਹੜੀ ਯੀਸ਼ੂ ਮਸੀਹ ਦੇ ਕੋਲ ਉਹ ਭੱਜ ਕੇ ਗਈ। She knew how to explain her sorrows to Jesus. How? Because she understood to sit in the presence of the Lord. ਉਸ ਨੂੰ ਪਹਿਲੇ ਪਤਾ ਲੱਗ ਗਿਆ ਸੇਵਾ ਬਾਅਦ ਚੋਂ, ਪਹਿਲਾਂ ਪ੍ਰਭੂ ਦੀ ਚਰਨਾਂ ਦੇ ਵਿੱਚ ਬੈਠਣਾ। ਕਈ ਵਾਰੀ ਪਹਿਲੇ ਹੁੰਦਾ ਸੀ ਸਾਡੇ ਨਾਲ, ਅਸੀਂ ਬੰਦਗੀ ਦੇ ਵਿੱਚ ਜਾਣਾ ਤਾਂ ਘਰ ਦੇ ਜੀ ਸਾਰਿਆਂ ਨੇ ਬਾਹਰ ਹੋ ਜਾਣਾ ਤੇ ਅਸੀਂ ਸਾਰੇ ਅੰਦਰ ਹੋ ਜਾਣਾ। ਜਿਨ੍ਹਾਂ ਦੇ ਲਈ ਅਸੀਂ ਆਏ ਆ ਉਹ ਕਿੱਧਰ ਹੈ? ਬਾਹਰ ਹੈ। ਘਰੋਂ ਬਾਹਰ ਤੇ ਅਸੀਂ ਕਿੱਧਰ ਹੋ ਗਏ? ਘਰ ਦੇ ਅੰਦਰ। ਅਸੀਂ ਸਾਰੀ ਬੰਦਗੀ ਸਮਾਪਤ ਕਰਕੇ ਫਿਰ ਆ ਗਏ ਸਾਰੇ। ਕਿੱਧਰ ਵਾਸਤੇ? ਬਸ ਜੀ ਦੁਆ ਕਰ ਲੋ। नो, ऐसा नहीं है। मरियम किधर बैठी रही? खुदा दे चरना च, प्रभु दे चरना च। उसने प्रभु दी हजूरी दे आनंद ही नहीं, उसने पूरा लाभ उठाया। हालेलुया, हालेलुया, हालेलुया। उसने पूरा लाभ उठाया। प्रभु दे चरना दे विच बैठना लाभ उठाना है। मार्था दूर रही, मार्था नूं बोलण दे लई मरियम ने मुंह नहीं खोलिया। जब तुसीं प्रभु दे चरना च बैठोगे, हमेशा याद रखना कोई ना कोई बुड़ बुड़ करने वाला बाहर ही होएगा। कोई ना कोई होएगा जिहड़ा बोलेगा एक किधर नूं तुर पिया, एक किधर नूं तुर पिया। पर मैं तुहानूं कहां, तुहानूं बोलण दी लोड़ नहीं, यीशु खुद तुहाडे वल्लों जवाब उस नूं देगा। हालेलुया। यीशु ने कहा उस नूं, मार्था मार्था तू बहुतियां गल्लां दा फिक्र करदियां और घबरा जांदी है, एक गल दी लोड़ है। अज मेरे प्यारे रब दे लोको, तुसी प्रभु नूं अपना पहला स्थान जो देंदे हो प्रभु दे चरनां दे विच बैठ के। हुण प्रभु दे चरनां दे विच बैठण दा अर्थ की है? पुटिंग गॉड फर्स्ट, पहला स्थान प्रभु नूं देण दा अर्थ की है? दिन दा पहला समा परमेश्वर नूं देना, हफ्ते दा पहला दिन, हफ्ते दा पहला दिन परमेश्वर नूं देना, दिन दा पहला समा परमेश्वर नूं देना, परमेश्वर नूं देना, अपनी कमाई दा पहला समा पहला हिस्सा परमेश्वर नूं देना। हालेलुया। दैट इज कॉल्ड पुटिंग गॉड फर्स्ट। इस दा अर्थ है असीं परमेश्वर नूं पहला स्थान देने हैं, परमेश्वर नूं पहला स्थान देने आ। चरनां दे विच बैठना बड़ा औखा है। चरनां दे विच बैठण दा अर्थ है पूर्ण सबमिशन दे नाल, अधीनगी दे नाल असीं प्रभु दे चरनां दे विच की कर रहे हां? बैठ रहे हां। प्यारे रब दे लोको, अज दे समय दे विच भी परमेश्वर तुहानूं कह रहा है कि तुसीं प्रभु दे चरनां दे विच बैठदे हो या नहीं? पुटिंग गॉड फर्स्ट, एक गल दी लोड़ है। हालेलुया, हालेलुया, हालेलुया। हालेलुया। तीसरा सी देखांगे ज़बूर 27 वर्स 4, साम्स 27 वर्स 4 पढ़ो। ਮੈਂ ਯਹੋਵਾ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ ਹਾਂਜੀ। ਕਿ ਮੈਂ ਜੀਵਨ ਭਰ ਯਹੋਵਾ ਦੇ ਘਰ ਵਿੱਚ ਵਸਾਂ, ਹਾਂ। ਤਾਂ ਜੋ ਮੈਂ ਯਹੋਵਾ ਦੀ ਮਨੋਰਥਾ ਨੂੰ ਤੱਕਾਂ। तीसरा है एक गल मैं खुदा कोलों मंगया है। किनियां गल्लां? ਇੱਕ ਗੱਲ। ज़बूर 27 ਨੂੰ ਲਿਖਣ ਵਾਲਾ दाऊद है। वो कहंदा एक गल मैं खुदा कोलों मंगया है। किनियां गल्लां? एक गल। मैं दो गल्लां ਨੂੰ ਨਹੀਂ ਮੰਗ ਰਿਹਾ, मैं पांच गल्लां ਨੂੰ ਨਹੀਂ ਮੰਗ ਰਿਹਾ। ਕਹਿੰਦਾ ਮੈਂ ਇੱਕੋ ਗੱਲ ਤੇਰੇ ਕੋਲੋਂ ਮੰਗਦਾ ਹਾਂ। ਉਹ ਗੱਲ ਇਹ ਮੰਗਦਾ ਹਾਂ, ਉਸੇ ਦੀ ਪਾਲ ਦੇ ਵਿੱਚ ਲਗਾ ਰਾਂਗਾ ਕਿ ਮੈਂ ਜੀਵਨ ਭਰ ਪਰਮੇਸ਼ਰ ਦੇ ਭਵਨ ਦੇ ਵਿੱਚ ਵਸਾਂ। ਸਾਰੇ ਬੋਲੋ, ਜੀਵਨ ਭਰ ਜੀਵਨ ਭਰ ਪਰਮੇਸ਼ਰ ਦੇ ਘਰ ਵਿੱਚ ਵਸਾਂ। ਘਰ ਵਿੱਚ ਵਸਾਂ। ਕਿੰਨਾ ਚਿਰ? ਜੀਵਨ ਭਰ। ਸਾਰੇ ਬੋਲੋ ਕਿੰਨਾ ਚਿਰ? ਜੀਵਨ ਭਰ। ਉੱਚੀ ਆਵਾਜ਼ ਨਾਲ ਬੋਲੋ ਕਿੰਨਾ ਚਿਰ? ਜੀਵਨ ਭਰ। जीवन पर। और लिखा परमेश्वर के घर च ਵਸਾਂ। आन जान वाला सिस्टम नहीं, वसना। इसलिए ज़बूर 91 दी आज बच्चे बोल रहे सन, ज़बूर 91 दी पहले अच की लिखा जड़ा आत्महान दी ओट विच वसदा है, ओट विच वसदा है, वसना, वसदा है। दाऊद एडा बड़ा राजा है, लेकिन दाऊद दा तुसी राजे दी कहानी सुनिया होएगा, लेकिन दाऊद बड़ा संघर्ष वाला जीवन नूं जी के आया है। हिज लाइफ वॉज फुल ऑफ ट्रबल्स। ਉਹਦਾ जीवन पूरा संघर्ष ਦੇ ਨਾਲ ਹੀ ਭਰਿਆ, पूरा पूरा संघर्ष ਦੇ ਨਾਲ ਭਰਿਆ। परमेश्वर ਦਾ ਭਵਨ ਇੱਕ ਤੰਬੂ ਦੇ ਵਿੱਚ ਸੀ, ਲੇਕਿਨ ਉਹ ਕਹਿੰਦਾ ਖੁਦਾਵੰਦਾ ਮਹਿਲ ਨਾਲੋਂ ਜ਼ਿਆਦਾ ਚੰਗਾ ਹੈ ਮੈਂ ਤੇਰੇ ਘਰ ਦੇ ਵਿੱਚ ਜਾ ਕੇ ਵਸਾਂ। ਇੱਕ ਦਿਨ ਦੇ ਵਾਸਤੇ ਨਹੀਂ,
ਜੀਵਨ ਭਰ ਤੇਰੇ ਘਰ ਦੇ ਵਿੱਚ ਕੀ ਕਰਾਂ? ਵਸਾਂ। ਕਰਾਂ। ਇੱਕ ਵਾਰ ਇੱਕ ਬੰਦਾ ਖੁਦਾ ਦੀ ਸੇਵਾ ਕਰਦਾ ਸੀ, ਜਗ੍ਹਾ ਜਗ੍ਹਾ ਦੇ ਵਿੱਚ ਜਾ ਕੇ ਕਲਾਮ ਸੁਣਾਉਂਦਾ ਸੀ, ਮਾਈਕ ਲੈ ਕੇ ਉਸਨੇ ਫੜ ਲੈਣਾ, ਸੁਣਾਉਣ ਲੱਗ ਪੈਣਾ। ਮਾਈਕ ਲੈ ਕੇ ਜਦੋਂ ਸੁਣਾਉਣਾ ਤੇ ਲੋਕਾਂ ਨੇ ਉਹਦਾ ਬੜਾ ਮਜ਼ਾਕ ਉਡਾਉਣਾ, ਕਹਿਣਾ ਕਿ ਇਹ ਪਾਗਲ ਹੈ। ਇਹ ਕੌਣ ਹੈ? ਪਾਗਲ ਹੈ। ਉਸਨੇ ਸਾਰਿਆਂ ਨੇ ਕਹਿਣਾ ਇਹ ਪਾਗਲ ਹੈ, ਇਹ ਪਾਗਲ ਹੈ। ਉਸਨੇ ਇੱਕ ਵਾਈਟ ਟੀ-ਸ਼ਰਟ ਖਰੀਦੀ, ਵਾਈਟ ਕਲਰ ਦੀ ਟੀ-ਸ਼ਰਟ ਖਰੀਦ ਕੇ ਉਸਨੇ ਉਹਦੇ ਤੇ ਫਰੰਟ ਤੇ ਲਿਖਾਇਆ ਆਈ ਐਮ ਮੈਡ ਫॉर ਜੀਸਸ। ਅੱਗੇ ਲਿਖਵਾਤਾ ਮੈਂ ਯੀਸ਼ੂ ਮਸੀਹ ਦੇ ਲਈ ਪਾਗਲ ਹਾਂ, ਪਾਗਲ ਹਾਂ। ਮੈਂ ਯੀਸ਼ੂ ਮਸੀਹ ਦੇ ਲਈ ਪਾਗਲ ਹਾਂ। ਉਹਨੇ ਸ਼ਰਟ ਦੇ ਪਿੱਛੇ ਲਿਖਾਤਾ ਤੁਸੀਂ ਕਿਹਦੇ ਲਈ ਪਾਗਲ ਹੋ? ਕਹਿੰਦਾ ਮੈਂ ਯੀਸ਼ੂ ਦੇ ਲਈ ਪਾਗਲ ਹਾਂ, ਤੁਸੀਂ ਕਿਹਦੇ ਲਈ ਪਾਗਲ? ਤੁਸੀਂ ਕਿਹਦੇ ਲਈ ਪਾਗਲ ਹੋ? ਦਾਊਦ ਕਹਿੰਦਾ ਹੈ, ਮੈਂ ਇੱਕ ਗੱਲ ਖੁਦਾ ਕੋਲੋਂ ਮੰਗਦਾ, ਉਸੇ ਦੀ ਪਾਲ ਦੇ ਵਿੱਚ ਲੱਗਾ ਰਹਾਂਗਾ ਕਿ ਮੈਂ ਜੀਵਨ ਭਰ ਪਰਮੇਸ਼ਰ ਦੇ ਘਰ ਦੇ ਵਿੱਚ ਵਸਾਂ। ਆਮੇਨ। ਲੋਕ ਪਾਗਲ ਕਹਿਣ ਤਾਂ ਕਹਿਣ ਦਿਓ, ਕਹੋ ਕਿ ਮੈਂ ਪਰਮੇਸ਼ਰ ਦੇ ਲਈ ਪਾਗਲ ਹਾਂ। ਹਾਲੇਲੂਇਆ। ਤੁਸੀਂ ਕਿਹਦੇ ਲਈ ਪਾਗਲ ਹੋ? ਮੈਂ ਪਰਮੇਸ਼ਰ ਦੇ ਲਈ ਪਾਗਲ ਹਾਂ। ਹਾਲੇਲੂਇਆ। ਹਾਲੇਲੂਇਆ। ਮੈਂ ਜੀਵਨ ਭਰ ਕੋਈ ਸੁੱਖ ਕੋਈ ਦੁੱਖ ਮੈਨੂੰ ਪਰਮੇਸ਼ਰ ਦੇ ਪਿਆਰ ਤੋਂ ਅਲੱਗ ਨਾ ਕਰੇ। ਪੌਲੁਸ ਕਹਿੰਦਾ ਹੈ ਕੌਣ ਮੈਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੋਈ ਭੁੱਖ ਨਹੀਂ, ਕੋਈ ਨੰਗਾਪਨ ਨਹੀਂ, ਕੋਈ ਤਲਵਾਰ ਨਹੀਂ, ਕੋਈ ਜ਼ੋਖਿਮ ਨਹੀਂ, ਕੋਈ ਕਸ਼ਟ ਨਹੀਂ, ਕੋਈ ਵੀ ਚੀਜ਼ ਮੈਨੂੰ ਮਸੀਹ ਦੇ ਪਿਆਰ ਤੋਂ ਅੱਡ ਨਾ ਕਰੇ। ਮੈਂ ਜੀਵਨ ਭਰ ਪਰਮੇਸ਼ਰ ਦੇ ਘਰ ਦੇ ਵਿੱਚ ਵਸਣਾ ਚਾਹਨਾ। ਹਾਲੇਲੂਇਆ। 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 ਔਰ ਉਹਦੀਆਂ ਮਨੋਹਰਤਾਂ ਨੂੰ ਮੈਂ ਤੱਕਣਾ ਚਾਹਨਾ, ਉਹਦੀਆਂ ਮਨੋਹਰਤਾਂ ਨੂੰ ਮੈਂ ਤੱਕਣਾ ਚਾਹਨਾ। ਪਿਆਰੇ ਰੱਬ ਦੇ ਲੋਕੋ, ਉਹੀ ਦਾਊਦ ਲਿਖਦਾ ਹੈ ਐ ਖੁਦਾਵੰਦ ਤੇਰੇ ਡੇਰੇ ਕਿੰਨੇ ਹੀ ਪ੍ਰੇਮ ਰਤੇ ਹਨ। ਮੈਨੂੰ ਤੇਰੇ ਹਜ਼ੂਰੀ ਦੀ ਭੁੱਖ ਔਰ ਪਿਆਸ ਹੈ। ਮੈਨੂੰ ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ, ਪਰ ਮੈਂ ਤੇਰੇ ਘਰ ਦੇ ਵਿੱਚ ਰਹਿਣਾ ਚਾਹਨਾ। ਮੈਂ ਤੇਰੇ ਭਵਨ ਤੋਂ ਦੂਰ ਜਾਣਾ ਨਹੀਂ ਚਾਹੁੰਦਾ, ਮੈਂ ਤੇਰੀ ਹਜ਼ੂਰੀ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਇੱਕ ਗੱਲ ਖੁਦਾ ਕੋਲੋਂ ਮੰਗੋ, ਇੱਕ ਗੱਲ ਉਹ ਇਹ ਮੰਗਣਾ ਕਿ ਖੁਦਾਵੰਦ ਮੈਂ ਤੇਰੇ ਨਾਲ ਸਦਾ ਜੁੜਿਆ ਰਵਾਂ। ਹਾਲੇਲੂਇਆ। ਇੰਨੇ ਦੁੱਖ ਆਏ ਦਾਊਦ ਦੇ ਜੀਵਨ 'ਚ, ਪਰ ਉਸਨੇ ਉਸਦੇ ਮਮਰ ਨੂੰ ਸਮਝ ਲਿਆ, ਉਹਦੇ ਸੀਕ੍ਰੇਟ ਨੂੰ ਸਮਝ ਲਿਆ ਕਿ ਜੇਕਰ ਮੈਂ ਬਾਦਸ਼ਾਹ ਬਣਿਆ, ਉਸ ਤੰਬੂ ਦੇ ਅੰਦਰ ਜੋ ਖੁਦਾ ਦਾ ਸੰਦੂਕ ਹੈ ਉਹਦੇ ਕਾਰਨ ਮੈਂ ਬਣਿਆ। ਜੇ ਖੁਦਾ ਨੇ ਮੈਨੂੰ ਆਸ਼ੀਸ਼ਾਂ ਦੇ ਰਿਹਾ ਹੈ, ਉਹ ਕਿਸੇ ਹੋਰ ਤਾਕਤ ਦੇ ਕਾਰਨ ਨਹੀਂ, ਕਿਸੇ ਹੋਰ ਤਲਵਾਰ ਦੇ ਕਾਰਨ ਨਹੀਂ, ਪਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਹਿਣ ਦੇ ਕਾਰਨ ਹੋਇਆ ਹੈ। ਆਮੇਨ। ਸਾਰੇ ਮੇਰੇ ਪਿੱਛੇ ਬੋਲਾਂਗੇ, ਜੇ ਮੈਂ ਪਰਮੇਸ਼ਰ ਨਾਲ ਜੁੜਿਆ ਹਾਂ, ਜੇ ਮੈਂ ਪਰਮੇਸ਼ਰ ਨਾਲ ਜੁੜਿਆ ਹਾਂ, ਤਦ ਹੀ ਖੁਦਾ ਨੇ ਮੈਨੂੰ ਬਰਕਤ ਦਿੱਤੀ ਹੈ। ਤਦ ਹੀ ਖੁਦਾ ਨੇ ਮੈਨੂੰ ਬਰਕਤ ਦਿੱਤੀ ਹੈ। ਅੱਜ ਮੈਂ ਜੋ ਕੁਝ ਵੀ ਹਾਂ, ਅੱਜ ਮੈਂ ਜੋ ਕੁਝ ਵੀ ਹਾਂ, ਖੁਦਾ ਦੀ ਹਜ਼ੂਰੀ ਦੇ ਕਾਰਨ ਹੈ। ਖੁਦਾ ਦੀ ਹਜ਼ੂਰੀ ਦੇ ਕਾਰਨ ਹੈ। ਹਾਲੇਲੂਇਆ। 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 ਇਸ ਲਈ ਕਦੇ ਵੀ ਖੁਦਾ ਦੀ ਹਜ਼ੂਰੀ ਨੂੰ ਨਾ ਛੱਡੋ, ਛੱਡਣਾ ਨਹੀਂ। ਇਸ ਲਈ ਕਦੇ ਵੀ ਖੁਦਾ ਦੀ ਹਜ਼ੂਰੀ ਨੂੰ ਛੱਡਣਾ ਨਹੀਂ। ਪਰਮੇਸ਼ਰ ਦੇ ਹਜ਼ੂਰੀ ਦੇ ਵਿੱਚ ਬਣੇ ਰਹੋ। ਹਾਲੇਲੂਇਆ। ਯਹੋਨਾ 15 ਬਾਬ 'ਚ ਲਿਖਿਆ ਤੁਸੀਂ ਮੇਰੇ ਵਿੱਚ ਬਣੇ ਰਹੋ ਤਾਂ ਮੈਂ ਵੀ ਤੁਹਾਡੇ ਵਿੱਚ ਬਣਿਆ ਰਵਾਂਗਾ। ਜੇਕਰ ਤੁਸੀਂ ਮੇਰੇ ਵਿੱਚ ਬਣੇ ਰਹੋਗੇ, ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣਗੇ। ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਜੋ ਟਾਹਣੀ ਮੇਰੇ ਵਿੱਚ ਰਹੇਗੀ ਉਹ ਬਹੁਤ ਸਾਰਾ ਫਲ ਲਿਆਏਗੀ। ਤਿੰਨ ਗੱਲਾਂ ਨੂੰ ਅਸੀਂ ਸੁਣਿਆ। ਪਹਿਲਾ, ਇੱਕ ਗੱਲ ਦਾ ਕਾਟਾ। ਤੁਸੀਂ ਆਪਣੇ ਜੀਵਨ ਨੂੰ ਜਾਣਦੇ ਹੋ ਤੁਹਾਡੇ ਅੰਦਰ ਕਿਸ ਚੀਜ਼ ਦਾ ਕਾਟਾ ਹੈ। ਖੁਦਾ ਕਹਿ ਰਿਹਾ ਉਸ ਕਾਟੇ ਨੂੰ ਛੱਡ, ਸਦਾ ਦੇ ਜੀਵਨ ਤੁਸੀਂ ਹਾਸਿਲ ਨਹੀਂ ਕਰੋਗੇ। ਆਪਣੀ ਕਮੀ ਨੂੰ ਰੱਖ ਕੇ ਤੁਸੀਂ ਕੁਝ ਵੀ ਪਾ ਨਹੀਂ ਸਕਦੇ। ਇਹ ਜਵਾਨ ਬੇਟੇ ਔਰ ਬੇਟੀਓ, ਤੁਸੀਂ ਆਪਣੇ ਕਮੀ ਨੂੰ ਜਾਣਦੇ ਹੋ, ਆਪਣੀ ਕਮੀ ਨੂੰ ਰੱਖ ਕੇ ਚੱਲਣਾ ਨਹੀਂ। ਕੋਈ ਹੋਰ ਆਪਸ਼ਨ ਨਾ ਸੋਚਣਾ। ਜਦ ਤੁਸੀਂ ਇਕੱਲੇ ਹੋ, ਕਿਸੇ ਹੋਰ ਦਾ ਖਿਆਲ ਨਾ ਕਰਨਾ, ਕਿਸੇ ਹੋਰ ਨੂੰ ਆਪਣਾ ਕੇਂਦਰ ਬਿੰਦੂ ਨਾ ਬਣਾਉਣਾ। ਇਨ ਯੋਰ ਲੋਨਲੀਨੈਸ, ਆਪਣੇ ਇਕੱਲੇਪਨ ਦੇ ਸਮੇਂ ਦੇ ਦੌਰਾਨ ਸਹੀ ਸਵਾਲ ਖੁਦਾ ਨੂੰ ਪੁੱਛਣਾ, ਉਹ ਤੁਹਾਨੂੰ ਸਹੀ ਉੱਤਰ ਦੇਵੇਗਾ। ਦੂਸਰਾ ਵਿਕਲਪ ਕਦੇ ਵੀ ਨਾ ਸੋਚਣਾ ਜੇ ਇਧਰੋਂ ਮੈਨੂੰ ਕੁਝ ਨਹੀਂ ਮਿਲ ਰਿਹਾ ਤਾਂ ਚਲੋ ਦੂਸਰਾ ਆਪਸ਼ਨ ਮੈਂ ਲੈ ਲਵਾਂ। ਸ਼ੈਤਾਨ ਤੁਹਾਨੂੰ ਕਹੇਗਾ ਇਧਰ ਨੂੰ ਚਲੇ ਜਾ। ਮੈਂ ਤੁਹਾਨੂੰ ਕਹਾਂ ਬਹੁਤ ਵੱਡਾ ਝੂਠ ਹੈ, ਉਹ ਤੁਹਾਨੂੰ ਧੋਖੇ ਦੇ ਵਿੱਚ ਲੈ ਕੇ ਆ ਰਿਹਾ ਹੈ। ਕਦੀ ਨਾ ਜਾਣਾ। ਘਾਟੇ ਨੂੰ ਦੂਰ ਕਰੋ, ਪ੍ਰਭੂ ਦੇ ਵੱਲ ਆ ਜਾਓ। ਹਾਲੇਲੂਇਆ। ਪ੍ਰਭੂ ਤੁਹਾਡੇ ਗੁਨਾਹਾਂ ਨੂੰ ਨਹੀਂ, ਤੁਹਾਡੇ ਕਮੀਆਂ ਨੂੰ ਵੀ ਜਾਣਦਾ ਹੈ। ਦੂਸਰਾ ਅਸੀਂ ਸੁਣਿਆ ਖੁਦਾਵੰਦ ਚਾਹ ਰਿਹਾ ਹੈ, ਇੱਕ ਗੱਲ ਦੀ ਲੋੜ ਹੈ, ਉਹ ਲੋੜ ਹੈ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠਣ ਦੀ, ਅਧੀਨਗੀ ਦੇ ਨਾਲ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠਣਾ। ਇਸ ਚੀਜ਼ ਦੀ ਅੱਜ ਦੇ ਜ਼ਮਾਨੇ ਦੇ ਵਿੱਚ ਭੱਜ ਦੌੜ ਦੀ ਦੁਨੀਆ ਦੇ ਦੌਰਾਨ, ਜਦ ਦੁਨੀਆ ਫਾਸਟ ਹੈ, ਖੁਦਾ ਕਹਿ ਰਿਹਾ ਮੇਰੇ ਚਰਨਾਂ ਦੇ ਵਿੱਚ ਬੈਠੋ, ਬੈਠੋ, ਬੈਠੋ। ਇਹਦਾ ਲਾਭ ਤੁਹਾਨੂੰ ਖੁਦਾ ਜ਼ਰੂਰ ਦੇਵੇਗਾ। ਹਾਲੇਲੂਇਆ। ਤੀਸਰਾ ਅਸੀਂ ਸੁਣਿਆ, ਇੱਕ ਗੱਲ ਮੈਂ ਖੁਦਾ ਕੋਲੋਂ ਮੰਗਦਾ ਕਿ ਮੈਂ ਜੀਵਨ ਭਰ ਪਰਮੇਸ਼ਰ ਦੇ ਘਰ ਦੇ ਵਿੱਚ ਵਸਨੇ ਪਾਵਾਂ। ਹਾਲੇਲੂਇਆ। ਸਾਰੇ ਆਪਣੇ ਅੱਖਾਂ ਨੂੰ ਬੰਦ ਕਰੀਏ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ, ਪ੍ਰਭੂ ਦੇ ਅੱਗੇ ਆਪਣੇ ਜੀਵਨ ਨੂੰ ਅਰਪਣ ਕਰੀਏ। ਇੱਕ ਗੱਲ ਦੇ ਬਾਰੇ ਅੱਜ ਅਸੀਂ ਸੁਣਿਆ,
ਫਿਲਿੱਪੀਆਂ ਦੀ ਪੱਤਰੀ ਦੇ ਵਿੱਚ ਲਿਖਿਆ, ਇੱਕ ਗੱਲ ਉਹ ਇਹ ਹੈ ਕਿ ਮੈਂ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਮੈਂ ਅੱਗੇ ਨੂੰ ਵਧਦਾ ਜਾਂਦਾ ਹਾਂ। One thing I do, ਇੱਕ ਕੰਮ ਮੈਂ ਕਰਦਾ, ਇੱਕ ਗੱਲ ਕਿ ਪਿਛਲੀਆਂ ਸਭ ਗੱਲਾਂ ਨੂੰ ਭੁਲਾ ਕੇ ਮੈਂ ਅੱਗੇ ਨੂੰ ਵਧਦਾ ਜਾ ਰਿਹਾ। ਖੁਦਾਵੰਦ ਤੁਹਾਨੂੰ ਇਹੀ ਕਹਿ ਰਿਹਾ, ਜੀਵਨ ਦਾ ਇੱਕ ਨया ਚੈਪਟਰ, ਨया ਸਫ਼ਰ ਦਾ ਦੌਰਾਨ ਤੁਹਾਨੂੰ ਕਹਿ ਰਿਹਾ, ਪਿਛਲੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਨੂੰ ਵਧਦੇ ਜਾਓ, ਆਪਣੀ ਕਮੀ ਨੂੰ ਛੱਡ ਕੇ ਅੱਗੇ ਨੂੰ ਵਧਦੇ ਜਾਓ। ਪਿਛਲਾ ਜੀਵਨ ਨੂੰ ਨਹੀਂ ਯਾਦ ਕਰਨਾ, ਅੱਗੇ ਨੂੰ ਵਧੋ, ਅੱਗੇ ਨੂੰ ਵਧੋ। ਤੁਹਾਡਾ ਘਾਟੇ ਨੂੰ ਖੁਦਾ ਜਾਣਦਾ ਹੈ। ਇੱਕ ਗੱਲ ਦੀ ਲੋੜ ਹੈ, ਯਿਸੂ ਮਸੀਹ ਦੇ ਚਰਨਾਂ ਦੇ ਵਿੱਚ ਬੈਠਣਾ। ਜ਼ਿੰਦਗੀ ਦੇ ਦਿਨ ਦੇ ਪਹਿਲਾ ਸਮਾਂ ਪ੍ਰਭੂ ਦੇ ਚਰਨਾਂ 'ਚ ਬੈਠਣਾ, ਹਫਤੇ ਦਾ ਪਹਿਲਾ ਦਿਨ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠਣਾ, ਕਮਾਈ ਦਾ ਪਹਿਲਾ ਸਮਾਂ, ਚੀਜ਼ ਪੈਸਾ ਖੁਦਾ ਦੇ ਹੱਥ 'ਚ ਦੇਣਾ, ਕਹਿਣਾ ਖੁਦਾਵੰਦਾ ਤੁਸੀਂ ਮੇਰੇ ਲਈ ਪਹਿਲੇ ਹੋ। ਇੱਕ ਗੱਲ ਮੈਂ ਖੁਦਾ ਕੋਲੋਂ ਮੰਗਦਾ, ਉਸੇ ਦੀ ਪਾਲ ਦੇ ਵਿੱਚ ਲੱਗਾ ਰਹਾਂਗਾ ਕਿ ਮੈਂ ਜੀਵਨ ਪਰ ਹਾਲੇਲੂਇਆ तेरे घर ਦੇ ਵਿੱਚ ਵਸਾਂਗਾ। जब से प्यारा यीशु आया मेरा जीवन बदल गया, जब से मैंने उसे पाया मेरा जीवन बदल गया। ओ जब से प्यारा यीशु आया मेरा जीवन बदल गया, जब से मैंने उसे यीशु मसीह आज ਤੁਹਾਨੂੰ ਪੁੱਛ ਰਿਹਾ ਹੈ ਕਿ ਤੁਸੀਂ ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਨੂੰ ਦੋਗੇ। ਇੱਕ ਗੱਲ ਦਾ ਕਾਟਾ ਹੈ, ਸਦਾ ਦੇ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਚੀਜ਼ ਜੋ ਰੁਕਾਵਟ ਬਣੀ ਹੈ, ਉਸ ਕਮੀ ਨੂੰ ਦੂਰ ਕਰੋ, ਸਦਾ ਦਾ ਜੀਵਨ ਤੁਹਾਨੂੰ ਖੁਦਾ ਦੇ। ਜੇਕਰ ਤੁਸੀਂ ਤੋਬਾ ਕਰਨਾ ਚਾਹੁੰਦੇ ਹੋ, ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਨੂੰ ਦੇਣਾ ਚਾਹੁੰਦੇ ਹੋ, ਆਪਣੇ ਇਸ ਕਮੀ ਨੂੰ ਬਾਹਰ ਕੱਢੋ, ਯੀਸ਼ੂ ਤੁਹਾਨੂੰ ਸਦਾ ਦਾ ਜੀਵਨ ਦੇਗਾ। पापों तो आजाद हो जाओगे, हर चीज तो खुदा ਤੁਹਾਨੂੰ आजाद करेगा। जेकर ਤੁਹਾਡੇ ਵਿੱਚ ਕੋਈ है जो ਅੱਜ तौबा करना चाहता है,
ਤੁਸੀਂ ਆਪਣੀ ਜਗ੍ਹਾ 'ਚ ਖੜੇ ਹੋ ਸਕਦੇ ਹੋ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂ। ਹਾਲੇਲੂਇਆ। ਜੇਕਰ ਤੁਹਾਡੇ ਵਿੱਚ ਕੋਈ ਹੈ ਜੋ ਅੱਜ ਤੋਬਾ ਕਰਨਾ ਚਾਹੁੰਦਾ ਹੈ, आमीन। हमें वास्ते अच्छे खुदा तेरा पाक कजरी पर से आए हैं खुदाबाद। जब से हम आए खुदाबाद तुझे अपना जोरी का कुछ और आनंद में दिया, आपका चेहरा ताड़े उतर चमक आया। मेरे खुदा जी आराधना में, तेरा पाक वजन में, मेरे खुदा जी गवाहियों में, मेरे खुदा जी तू हमारी वाला अपना ध्यान लगाया। मेरे खुदा आपका दास खुदारा जब वजन हुआ, ओ मेरे खुदा जी असी अपना कमी नूं परख जाइए, वो कमी नूं दूर करके जाइए। सानू खुदा दइए कि गल का लोड़ है वो तेरे चरणों पर। इस महीने का बकाया समा ज़्यादा तेरे हजूर में खर्च करिए। ओ मेरे खुदा जी साड़ा मांग क्या है, ओ मेरे खुदा जी सदा तेरे घर दे विच वास करना। इधर भी ताड़े नाल जुड़े रहिए, इसके आगे ताड़े नाल सदा तेरा घर में वास करिए।